ਅਸੀਂ ਅੱਜ ਗੁਲਾਬੀ ਸੁੰਡੀ ਦੀ ਗੱਲ ਕਰ ਰਹੇ ਹਾਂ। ਹੁਣ ਅਸੀਂ ਐਤਕੀ ਜਿਹੜਾ ਹੈ ਐਡਹੌਕ ਰਿਕਮੈਂਡੇਸ਼ਨ ਅਲੋਂਗ ਵਿਦ ਅਸੀਂ ਇਹਦੇ ਵਿੱਚ ਇੱਕ ਜਿਹੜੇ ਆ ਡੈਮੋਨਸਟ੍ਰੇਸ਼ਨਸ ਵਾਈਡ ਲਾਰਜ ਸਕੇਲ ਡੈਮੋਨਸਟ੍ਰੇਸ਼ਨਸ ਮੈਨੂੰ ਲੱਗਦਾ ਇਹੋ ਜਿਹਾ ਡੈਮੋਨਸਟ੍ਰੇਸ਼ਨਸ ਕਿਸੇ ਵੀ ਟੈਕਨੋਲੋਜੀ ਜੀ ਇਸ ਲੈਵਲ ਤੇ ਨਹੀਂ। ਅਸੀਂ ਲਗਭਗ 4000 ਏਕੜ ਜਿਹੜੀ ਹੈ ਉਹ ਡੈਮੋਨਸਟ੍ਰੇਟ ਕਰ ਰਹੇ ਹਾਂ ਫਾਰਮਰ ਫੀਲਡ ਤੇ। ਇਹਦੇ ਵਿੱਚ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਜਿਹੜੀ ਵੀ ਕਾਟਨ ਬੈਲਟ ਹੈ ਉਹਦੇ ਵਿੱਚੋਂ ਅਸੀਂ ਦੋ ਪਿੰਡ ਜਿਹੜੇ ਹੈਗੇ ਆ ਲਗਭਗ ਉਹ ਅਡੋਪਟ ਪੂਰੇ ਦਾ ਪੂਰਾ ਪਿੰਡ ਜਿਹੜਾ ਹੈ ਉੱਥੇ ਇਹ ਪੂਰਾ ਅਡੋਪਟ ਕੀਤਾ ਹੈ। ਉੱਥੇ ਇਹ ਟੈਕਨੋਲੋਜੀ ਅਸੀਂ ਇਸ ਵਕਤ ਲਗਾ ਚੁੱਕੇ ਹਾਂ। ਜਦੋਂ ਤੁਹਾਡੀ ਫੁੱਲ ਡੁੱਡੀ ਮਤਲਬ ਫੁੱਲ ਤੋਂ ਪਹਿਲਾਂ ਇੱਕ ਫੁੱਲ ਡੁੱਡੀ ਹੈ ਬੋਗੀ ਬਣਨੀ ਜਦੋਂ ਸ਼ੁਰੂ ਹੋ ਗਈ ਐਟ ਦੈਟ ਟਾਈਮ ਜਿਹੜਾ ਹੈ ਤੁਸੀਂ ਇਹਨੂੰ ਖੇਤ 'ਚ ਜਿਹੜਾ ਲਗਾ ਦੇਣਾ। ਗੁਲਾਬੀ ਸੁੰਡੀ ਵੀ ਤੇ ਗੁਲਾਬੀ ਸੁੰਡੀ ਦਾ ਨਰ हाँ बिल्कुल ਉਹਨੂੰ ਹੀ ਪਛਾਣ ਸਕਦਾ ਹੈ। ਗੁਲਾਬੀ ਸੁੰਡੀ 'ਚ ਇੱਕ ਸਾਡੇ ਕੋਲ ਐਡਵਾਂਟੇਜ ਇਹ ਹੈ ਕਿ ਇਹ ਕੀੜੇ ਵਿੱਚ ਪ੍ਰਜਨਨ ਬਹੁਤ ਜ਼ਰੂਰੀ ਹੈ। ਨਰ ਤੇ ਮਾਦਾ ਦਾ ਮਿਲਣ ਬਹੁਤ ਜ਼ਰੂਰੀ ਹੈ। ਜਦੋਂ ਨਰ ਤੇ ਮਾਦਾ ਦਾ ਮਿਲਣ ਹੋਊਗਾ ਜਿਹੜੇ ਅੰਡੇ ਆ ਉਹਨੂੰ ਫਰਟਾਈਲ ਹੋਣਗੇ, ਉਹਨਾਂ ਚੋਂ ਬੱਚੇ ਨਿਕਲਦੇ ਆ। ਇੱਕ ਹੋਰ ਕੀੜਾ ਤੁਸੀਂ ਸੁਣਿਆ ਹੋਣਾ ਚਿੱਟਾ ਮੱਛਰ, ਬਹੁਤ ਪ੍ਰੋਬਲਮ 2015 ਚ ਆਈ ਹੈ। ਮੀਲੀ ਬਗ 2007 ਚ। ਇਹ ਕੀੜੇ ਜਿਹੜੇ ਇਹਨਾਂ ਨੂੰ ਨਰ ਦੀ ਲੋੜ ਨਹੀਂ ਹੈਗੀ, ਇਹ ਨਰ ਤੋਂ ਬਿਨਾਂ ਵੀ ਆਪਣੀ ਜਿਹੜੀ ਪੀੜ੍ਹੀ ਹੈ ਉਹਨੂੰ ਵਧਾ ਸਕਦੇ। ਇਸ ਕਰਕੇ ਜੇ ਪ੍ਰਜਨਨ ਜ਼ਰੂਰੀ ਹੈ ਤੇ ਪ੍ਰਜਨਨ ਵਿੱਚ ਅਸੀਂ ਵਿਘਨ ਪਾ ਰਹੇ ਹਾਂ। ਮੇਟਿੰਗ ਡਿਸਰਪਸ਼ਨ, ਮੀਟਿੰਗ ਨੂੰ ਜਿਹੜੀ ਹੈ ਅਸੀਂ ਡਿਸਰਪਟ ਕਰ ਰਹੇ ਹਾਂ। ਪ੍ਰਜਨਨ 'ਚ ਅਸੀਂ ਵਿਘਨ ਪਾ ਰਹੇ ਹਾਂ। ਉਹ ਵਿਘਨ ਕਿੱਦਾਂ ਪਾ ਰਹੇ ਹਾਂ? ਜਦੋਂ ਉਹ ਫੀਰਾਮੋਨ ਤੁਸੀਂ ਆਪਣੇ ਖੇਤ 'ਚ ਲਗਾਤਾ, ਪੇਸਟ ਲਗਾਤਾ, ਤੁਹਾਡਾ ਖੇਤ ਉਹਦੇ ਨਾਲ ਸੈਚੂਰੇਟ ਹੋ ਗਿਆ, ਸੰਤ੍ਰਿਪਤ ਹੋ ਗਿਆ, ਪੂਰੇ ਪਾਸੇ ਉਹ ਗੰਧ ਹੈ। ਤੇ ਜਦੋਂ ਨਰ ਆਂਦਾ ਹੈ ਉਹ ਨਰ ਜਿਹੜਾ ਕਨਫਿਊਜ਼ ਹੋ ਜਾਂਦਾ ਹੈ। ਉਹ ਕਨਫਿਊਜ਼ ਹੋ ਕੇ ਮਾਦਾ ਦੀ ਐਕਚੁਅਲ ਅਸਲ ਮਾਦਾ ਦੀ ਭਾਲ ਨਹੀਂ, ਕਿਉਂਕਿ ਅਸਲ ਮਾਦਾ ਦੀ ਜਿਹੜੀ ਗੰਧ ਹੈ ਉਹ ਮਾਸਕ ਹੋ ਜਾਂਦੀ ਹੈ, ਉਹ ਦਬ ਜਾਂਦੀ ਹੈ। ਐਂਡ ਇਸ ਤਰੀਕੇ ਨਾਲ ਜਿਹੜਾ ਹੈ ਪ੍ਰਜਨਨ ਨਹੀਂ ਹੋਊਗਾ। ਉਹ ਕੰਟਰੋਲ ਜਿਹੜਾ ਕੀੜੇ ਦਾ ਕੰਟਰੋਲ ਅਗਲੀ ਜਿਹੜੀ ਪੀੜ੍ਹੀ ਹੈ ਕੰਟਰੋਲ ਹੋ ਜਾਏ। वो 75 इयर्स का रिसर्च है, 1950 से चल रहा है। इस सीज़न में देखेंगे हम कितना ये पिंक गुलाबी बॉन्ड्स सुंडी कितना कम होगा देखने को मिलेगा। ਇਹ ਟੈਕਨੋਲੋਜੀ ਖਾਲੀ ਤੇ ਖਾਲੀ ਜਿਹੜਾ ਫਰਕ ਪਾਉਂਦੀ ਹੈ ਉਹ ਪਾ ਰਹੀ ਹੈ ਗੁਲਾਬੀ ਸੁੰਡੀ। ਬਾਕੀ ਕਿਸੇ ਵੀ ਕੀੜੇ ਤੇ ਕਿਸੇ ਵੀ ਵਾਤਾਵਰਣ ਤੇ ਕੋਈ ਪੈਸਟੀਸਾਈਡ ਰੈਜ਼ੀਡਿਊ ਨਹੀਂ ਹੈ, ਰਹਿੰਦ ਖੂੰਦ ਨਹੀਂ ਹੈ ਪੈਸਟੀਸਾਈਡ, ਮਤਲਬ ਪੈਸਟੀਸਾਈਡ ਟੂਵਰਡਸ ਪੈਸਟੀਸਾਈਡ ਫ੍ਰੀ ਗ੍ਰੀਨਰ ਜਿਹੜੇ ਹੈਗੇ ਆ ਜਿਹੜੇ ਗ੍ਰੀਨਰ ਮਤਲਬ ਜਿਹੜੀਆਂ ਕੈਮਿਸਟਰੀਜ਼ ਨੇ ਜਾਂ ਕੈਮਿਸਟਰੀਜ਼ ਵੀ ਨਹੀਂ ਕਵਾਂਗੇ, ਗ੍ਰੀਨਰ ਟੈਕਨੋਲੋਜੀਜ਼ ਨੇ ਇਹ ਬਿਲਕੁਲ ਜਿਹੜੀਆਂ ਕਿ ਐਨਵਾਇਰਨਮੈਂਟਲ ਫਰੈਂਡਲੀ ਨੇ, ਐਨਵਾਇਰਨਮੈਂਟਲ ਸੇਫ ਨੇ ਤੇ ਉਹ ਇਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅਸੀਂ ਅੱਜ ਗੁਲਾਬੀ ਸੁੰਡੀ ਦੀ ਗੱਲ ਕਰ ਰਹੇ ਹਾਂ। ਇੱਕ ਪ੍ਰੋਗਰਾਮ ਹੈਗਾ ਚੰਡੀਗੜ੍ਹ ਦੇ ਵਿੱਚ, ਇੱਕ ਨਵੀਂ ਦਵਾਈ ਜਾਂ ਪੇਸਟ ਕਹਿ ਸਕਦੇ ਹਾਂ ਲੈ ਕੇ ਆ ਰਹੇ ਇਹਦੇ ਕੰਟਰੋਲ ਵਾਸਤੇ। ਪਰ ਸਾਡੇ ਕੋਲ ਇੱਥੇ PAU ਤੋਂ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈਗੀ ਹੈ, ਉੱਥੋਂ ਡਾਕਟਰ ਸਤਨਾਮ ਸਿੰਘ ਆਏ ਹੋਏ ਨੇ ਜਿਹੜੇ ਕਿ ਰਿਸਰਚਰ ਨੇ। ਉਹਨਾਂ ਨੇ ਪਹਿਲੇ PAU ਨੇ ਜਿਹੜਾ ਇਸ ਚੀਜ਼ ਤੇ ਜਿਹੜੀ ਹੈ ਰਿਸਰਚ ਕੀਤੀ ਹੈ। ਜਦੋਂ ਇਹ ਦਵਾਈ ਜਾਂ ਕਹਿ ਸਕਦੇ ਹਾਂ ਪੇਸਟ ਜਦੋਂ ਆਈ ਹੈ ਉਹਨੂੰ ਡੈਫੀਨੇਟਲੀ ਵਰਤਣ ਤੋਂ ਪਹਿਲੇ ਉਹਦੇ ਤੇ ਦੇਖਣਾ ਹੁੰਦਾ ਉਹ ਵੀ ਕਿੰਨੀ ਕੁ ਜੈਨੂਇਨ ਹੈਗੀ ਹੈ, ਕਿੰਨਾ ਕੁ ਇਫੈਕਟ ਕਰੇਗੀ ਨਹੀਂ ਕਰੇਗੀ। ਉਸ ਚੀਜ਼ ਨੂੰ ਲੈ ਕੇ PAU ਨੇ ਇਸ ਤੇ ਸਭ ਤੋਂ ਪਹਿਲੇ ਜਿਹੜੀ ਹੈ ਉਹਦੀ ਰਿਸਰਚ ਕੀਤੀ ਹੈ, ਉਸ ਨੂੰ ਦੇਖਿਆ ਹੈ, ਉਹਨੂੰ ਐਕਸਪੈਰੀਮੈਂਟ ਕਰਕੇ ਦੇਖਿਆ। ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜੋ ਮੈਨੂੰ ਪਤਾ ਲੱਗਿਆ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਕਿ ਤੁਹਾਡੇ ਵੱਲੋਂ ਇਸ ਦਵਾਈ ਤੇ ਜਿਹੜੀ ਨਵੀਂ ਲੈ ਕੇ ਆ ਰਹੇ ਨੇ ਅੱਜ ADGC ਬਾਇਓਟੈਕ ਵਾਲੇ, ਤੁਸੀਂ ਇੱਥੇ ਕੀਤੀ ਹੈ ਕ੍ਰਿਮਿਟ ਨਾਮ ਤੋਂ ਸ਼ਾਇਦ ਦਵਾਈ ਕਹਿੰਦੇ ਅਵੇਲੇਬਲ ਹੋਏਗੀ ਤੇ ਤੁਹਾਡੇ ਕੋਲ ਡੈਫੀਨੇਟਲੀ ਕਿਉਂਕਿ ਅਪਰੂਵਲ ਲੈਣਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਤੋਂ। ਜੇ ਕੋਈ ਚੀਜ਼ ਦੀ ਅਪਰੂਵਲ ਨਹੀਂ ਲਿੱਤਾ ਜਾਂਦਾ ਤਾਂ ਐਗਰੀਕਲਚਰ ਤੇ ਇਹਨੂੰ ਵਰਤਣ ਦੀ ਮਤਲਬ ਹੀ ਨਹੀਂ ਹੈ। ਬਿਲਕੁਲ ਜੀ, ਇਹ ਨਾ PAU ਦਾ ਪ੍ਰੋਟੋਕੋਲ ਹੈ ਜੀ। ਕੋਈ ਵੀ ਜਿਹੜੀ ਟੈਕਨੋਲੋਜੀ ਹੈ ਅਗਰ ਉਹ ਕੋਈ ਵੀ ਪ੍ਰਾਈਵੇਟ ਇੰਡਸਟਰੀ ਔਰ ਐਨੀ ABC ਜੋ ਵੀ ਲੈ ਕੇ ਆਉਂਦੇ ਆ ਉਹ ਪਹਿਲਾਂ PAU ਤੋਂ ਟੈਸਟ ਹੋਏਗੀ ਤਾਂ ਹੀ ਡਿਪਾਰਟਮੈਂਟ ਆਫ ਐਗਰੀਕਲਚਰ ਉਹਨੂੰ ਅਪਰੂਵਲ ਦੇਊਗਾ ਪੰਜਾਬ ਵਿੱਚ ਉਹਨੂੰ ਵਰਤਣ ਵਾਸਤੇ। ਅਸੀਂ ਇਹਨੂੰ 2019-20 ਚ 2 ਸਾਲ ਜਿਹੜੀ ਹੈ ਉਹ ਪਹਿਲਾਂ ਟੈਸਟ ਕੀਤਾ ਹੈ ਜੀ। ਇਹ ਮਾਣ ਵਾਲੀ ਗੱਲ ਹੈ ਕਿ ਨਾਰਥ ਦੀ ਯੂਨੀਵਰਸਿਟੀਆਂ 'ਚੋਂ ਖਾਲੀ PAU ਹੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਹਨੇ ਇਹਨੂੰ ਪਹਿਲ ਕਦਮੀ ਲੈ ਕੇ ਇਹਨੂੰ ਟੈਸਟ ਕੀਤਾ ਜੀ। ਠੀਕ ਹੈ, ਅਸੀਂ ਇਹਨੂੰ ਟੈਸਟ ਕੀਤਾ, ਸਾਨੂੰ ਇਹਦੇ ਰਿਜ਼ਲਟ ਬੜੇ ਸੈਟਿਸਫੈਕਟਰੀ ਲੱਗੇ, ਮੁਤਮਿਨ ਲੱਗੇ। ਅਸੀਂ ਇਹਨਾਂ ਤੋਂ ਬਹੁਤ ਸੰਤੁਸ਼ਟ ਹਾਂ ਰਿਜ਼ਲਟਾਂ ਤੋਂ। ਉਹ ਰਿਜ਼ਲਟਾਂ ਦੇ ਸੰਤੁਸ਼ਟ ਤੋਂ ਬਾਅਦ ਅਸੀਂ ਕੀ ਸਾਡਾ ਸਿਸਟਮ ਇਹ ਹੈ ਕਿ ਅਸੀਂ ਇਹਦੀ ਇੱਕ ਰਿਕਮੈਂਡੇਸ਼ਨ ਦਿੰਦੇ ਹਾਂ ਜਿਹੜੀ ਸਾਡੀ ਪੰਜਾਬ ਦੀ ਪੈਕੇਜ ਆਫ ਪ੍ਰੈਕਟਿਸਿਸ ਹੈ ਜਿਹਦੇ 'ਚ ਹਰ ਇੱਕ ਫਸਲ ਬਾਰੇ ਜੋ ਡਿਟੇਲਸ ਹੈਗੀਆਂ ਨੇ ਕਿਹੋ ਜਿਹੀਆਂ ਪ੍ਰੈਕਟਿਸਿਸ ਕਰਨੀ, ਉਹਦੇ ਵਿੱਚ ਅਸੀਂ ਇਹਦੀ ਐਡਹੌਕ ਐਡਹੌਕ ਕਿਉਂਕਿ ਇਹਦੇ ਵਿੱਚ ਥੋੜ੍ਹੀ ਜਲਦਬਾਜ਼ੀ ਸੀ, ਕਿਉਂਕਿ ਇਹਨੇ ਨੁਕਸਾਨ ਬਹੁਤ ਕੀਤਾ ਸੀਗਾ। ਸਾਡਾ ਪ੍ਰੋਟੋਕੋਲ ਇਹ ਹੈ ਕਿ 2 ਸਾਲ ਅਸੀਂ ਆਪਣੇ ਰਿਸਰਚ ਟ੍ਰਾਇਲ ਕਰਦੇ ਹਾਂ, ਤੀਜੇ ਸਾਲ ਇਹਨੂੰ ਫਾਰਮਰ ਫੀਲਡ 'ਤੇ ਲੈ ਕੇ ਜਾਂਦੇ ਹਾਂ। ਹੁਣ ਅਸੀਂ ਐਤਕੀ ਜਿਹੜਾ ਹੈ
ਐਡਹੌਕ ਰਿਕਮੈਂਡੇਸ਼ਨ ਅਲੋਂਗ ਵਿਦ ਅਸੀਂ ਇਹਦੇ ਵਿੱਚ ਇੱਕ ਜਿਹੜੇ ਆ ਡੈਮੋਨਸਟ੍ਰੇਸ਼ਨਸ ਵਾਈਡ ਲਾਰਜ ਸਕੇਲ ਡੈਮੋਨਸਟ੍ਰੇਸ਼ਨਸ ਮੈਨੂੰ ਲੱਗਦਾ ਇਹੋ ਜਿਹੀਆਂ ਡੈਮੋਨਸਟ੍ਰੇਸ਼ਨਸ ਕਿਸੇ ਵੀ ਟੈਕਨੋਲੋਜੀ ਜੀ ਇਸ ਲੈਵਲ ਤੇ ਨਹੀਂ ਅਸੀਂ ਲਗਭਗ 4000 ਏਕੜ ਜਿਹੜੀ ਹੈ ਉਹ ਡੈਮੋਨਸਟ੍ਰੇਟ ਕਰ ਰਹੇ ਹਾਂ ਫਾਰਮਰ ਫੀਲਡ ਤੇ ਇਹਦੇ ਵਿੱਚ ਮਾਨਸਾ ਬਠਿੰਡਾ ਫਰੀਦਕੋਟ ਮੁਕਤਸਰ ਜਿਹੜੀ ਵੀ ਕਾਟਨ ਬੈਲਟ ਹੈ ਉਹਦੇ ਵਿੱਚੋਂ ਅਸੀਂ ਦੋ ਪਿੰਡ ਜਿਹੜੇ ਹੈਗੇ ਆ ਲਗਭਗ ਉਹ ਅਡਾਪਟ ਪੂਰੇ ਦਾ ਪੂਰਾ ਪਿੰਡ ਜਿਹੜਾ ਹੈ ਉੱਥੇ ਇਹ ਪੂਰਾ ਅਡਾਪਟ ਕੀਤਾ ਹੈ ਉੱਥੇ ਇਹ ਟੈਕਨੋਲੋਜੀ ਅਸੀਂ ਇਸ ਵਕਤ ਲਗਾ ਚੁੱਕੇ ਹਾਂ ਮਤਲਬ ਹਾਂ ਇਹਨੂੰ ਕਰ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਲਗਭਗ 45 ਤੋਂ 55 ਡੇਜ਼ ਦਾ ਪੀਰੀਅਡ ਹੈ ਮਤਲਬ ਜਿਹਨੂੰ ਆਪਾਂ ਦੇਸੀ ਭਾਸ਼ਾ ਜੱਟ ਨੂੰ ਕੁਝ ਸਮਝਾਉਣਾ ਹੈ ਤਾਂ ਉਹਨੂੰ ਕਹਿੰਦੇ ਕਿ ਜਦੋਂ ਤੁਹਾਡੀ ਫੁੱਲ ਡੁੱਡੀ ਮਤਲਬ ਫੁੱਲ ਤੋਂ ਪਹਿਲਾਂ ਇੱਕ ਫੁੱਲ ਡੁੱਡੀ ਹੈ ਬੋਗੀ ਬਣਨੀ ਜਦੋਂ ਸ਼ੁਰੂ ਹੋ ਗਈ ਐਟ ਦੈਟ ਟਾਈਮ ਜਿਹੜਾ ਹੈ ਤੁਸੀਂ ਇਹਨੂੰ ਖੇਤ 'ਚ ਜਿਹੜਾ ਲਗਾ ਦੇਣਾ ਹੁਣ ਦੂਜੀ ਗੱਲ ਇਹ ਹੈ ਕਿ ਇਹ ਟੈਕਨੋਲੋਜੀ ਕੰਮ ਕਿੱਦਾਂ ਕਰੋਗੇ ਬਿਲਕੁਲ ਇਹ ਨੈਚੁਰਲ ਤਰੀਕਾ ਹੈ ਇੱਕ ਫੈਮਿਲੀ ਪਲੈਨਿੰਗ ਹੈ ਕੀੜੇ ਦੀ ਫੈਮਿਲੀ ਪਲੈਨਿੰਗ ਇਸ ਤਰ੍ਹਾਂ ਹੈ ਕਿ ਆਮ ਹਾਲਤ ਵਿੱਚ ਕੀ ਹੈ ਕਿ ਇਨਸੈਕਟਸ ਵਿੱਚ ਇਸ ਤਰ੍ਹਾਂ ਹੈ ਨਰ ਤੇ ਜਿਹੜੇ ਮਾਦਾ ਦਾ ਮਿਲਨ ਹੈ ਭਾਲ ਜਿਹੜੀ ਹੈ ਨਾ ਉਹ ਅੱਖਾਂ ਨਾਲ ਨਹੀਂ ਆਉਂਦੀ ਉਹ ਇੱਕ ਕੈਮੀਕਲ ਸਿਗਨਲ ਹੈ ਉਹ ਕੈਮੀਕਲ ਸਿਗਨਲ ਦੇ ਮਾਦਾ ਨੇ ਕੈਮੀਕਲ ਸਿਗਨਲ ਛੱਡਣਾ ਕੈਮੀਕਲ ਛੱਡਣਾ ਫੀਰਾਮੋਨ ਜਿਹਨੂੰ ਕਹਿੰਦੇ ਆ ਟੈਕਨੀਕਲ ਉਹ ਫੀਰਾਮੋਨ ਦੇ ਪਿੱਛੇ ਹੈ ਨਰ ਨੇ ਜਾਣਾ ਅੱਖਾਂ ਨਾਲ ਨਹੀਂ ਇਹਨੇ ਪਛਾਣਨਾ ਨਹੀਂ ਹੈ ਅਸੀਂ ਕੀ ਕਰਨਾ ਅਸੀਂ ਆਰਟੀਫੀਸ਼ੀਅਲ ਜਿਹੜਾ ਫੀਰਾਮੋਨ ਹੈ ਜਿਹੜੀ ਇਹ ਟਿਊਬ ਪੇਸਟ ਤੁਸੀਂ ਗੱਲ ਕਰ ਰਹੇ ਸੀਗੇ ਇਹਦੇ ਵਿੱਚ ਇੱਕ ਫਾਰਮੂਲੇਸ਼ਨ ਹੈ ਇਹਦੇ ਵਿੱਚ ਆਰਟੀਫੀਸ਼ੀਅਲ ਹੂਬਹੂ ਰਲਦਾ ਮਿਲਦਾ ਫੀਰਾਮੋਨ ਕੈਮੀਕਲ ਜਿਹੜਾ ਉਸ ਪੇਸਟ 'ਚ ਪਾਇਆ ਹੋਇਆ ਹੈ ਉਹ ਪੇਸਟ ਤੁਸੀਂ ਆਪਣੇ ਖੇਤ 'ਚ ਲਗਭਗ 400 ਜਗ੍ਹਾ ਤੇ ਲਗਾਉਣਾ ਹੈ ਲਗਾਉਣ ਦਾ ਤਰੀਕਾ ਜਿਹੜਾ ਬਹੁਤ ਸੌਖਾ ਹੈਗਾ ਬੂਟੇ ਤੋਂ ਮਤਲਬ ਤੁਸੀਂ ਮੰਨ ਕੇ ਚਲੋ ਜਿੰਨਾ ਵੀ ਬੂਟੇ ਦਾ ਸਾਈਜ਼ ਹੋ ਉਸ ਤੋਂ ਇੱਕ ਗਿੱਠ ਥੱਲੇ 5ਵੀਂ ਜਾਂ 6ਵੀਂ ਜਿਹੜੀ ਤਨੇ ਦੇ ਪੱਤੇ ਦੀ ਗੰਢ ਹੈ ਉੱਥੇ ਮਟਰ ਦੇ ਦਾਣੇ ਨਾ ਜਾਂ ਕਾਬਲੀ ਚਨੇ ਦੇ ਦਾਣੇ ਨਾ ਪੇਸਟ ਜਿਹੜਾ ਉੱਥੇ ਲਗਾ ਦੇਣਾ ਹੈ ਉਹ ਅਸੀਂ 400 ਸਪੌਟ ਤੇ ਜਦੋਂ ਲਾਵਾਂਗੇ ਉੱਥੇ ਕੀ ਹੋ ਜਾਊਗਾ ਉੱਥੇ ਸਾਰੇ ਪਾਸੇ ਇਹ ਗੰਧ ਫੈਲ ਜੂਗੀ ਹੁਣ ਜਿਹੜੀ ਇਹਦੇ 'ਚ ਅਨੋਖੀ ਗੱਲ ਇਹ ਹੈ ਕਿ ਇਹ ਜਿਹੜੀ ਗੰਧ ਹੈ ਇਹ ਖਾਲੀ ਤੇ ਖਾਲੀ ਗੁਲਾਬੀ ਸੁੰਡੀ ਦਾ ਕੀੜਾ ਹੀ ਉਹਦੀ ਪਛਾਣ ਸਕਦਾ ਹੈ ਇਹ ਮੈਂ ਕੋਈ ਹੋਰ ਕੀੜਾ ਕੋਈ ਮਕੌੜਾ ਇਹ ਕਿਸੇ ਬੜੀ ਸਪੈਸੀਫਿਕ ਗੰਧ ਹੈਗੀ ਹੈ ਹਾਂ ਬਿਲਕੁਲ ਬਿਲਕੁਲ ਦਿਸ ਇਜ਼ ਵੈਰੀ ਇਹ ਤਾਂ ਹੀ ਤੇ ਕਾਮਯਾਬ ਹੈ ਤੇ ਇਹਦੇ ਵਿੱਚ ਕੀ ਹੈ ਇੱਕ ਹੋਰ ਜਿਹੜੀ ਗੱਲ ਇਹਦੇ 'ਚ ਇੰਪੋਰਟੈਂਟ ਹੈ ਗੁਲਾਬੀ ਸੁੰਡੀ ਜਿਹੜੀ ਸਾਡੇ ਕੋਲ ਇੱਕ ਕਮਜ਼ੋਰ ਕੜੀ ਹੈ ਦੁਬਾਰਾ ਮੈਂ ਇਹ ਗੱਲ ਤੁਹਾਡੀ ਸੁਣਨਾ ਚਾਹਾਂਗੀ ਕਿ ਕੋਈ ਵੀ ਦੂਸਰਾ ਕੀੜਾ ਈਵਨ ਅਸੀਂ ਉਸ ਖੇਤ 'ਚ ਚਲੇ ਜਾਈਏ ਜੇ ਕਿਤੇ ਉਸ ਸਪੌਟ ਲੱਗਿਆ ਜਿਵੇਂ ਆਮ ਤੌਰ ਤੇ ਗੰਧ ਇਨਸਾਨ ਨੂੰ ਵੀ ਆਉਂਦੀ ਹੈ ਜਾਂ ਦੂਸਰੇ ਜਿਹੜੇ ਜਾਨਵਰ ਨੇ ਉਹ ਵੀ ਕੋਈ ਗੰਧ ਪਛਾਣਦੇ ਨੇ ਪਰ ਇਹ ਪੇਸਟ ਜਿਹੜੀ ਲਾਈ ਹੋਏਗੀ ਉਹ ਸਿਰਫ ਤੇ ਸਿਰਫ ਗੁਲਾਬੀ ਸੁੰਡੀ ਹੀ ਪਛਾਣ ਸਕੇ ਗੁਲਾਬੀ ਸੁੰਡੀ ਵੀ ਤੇ ਗੁਲਾਬੀ ਸੁੰਡੀ ਦਾ ਨਰ ਹਾਂ ਬਿਲਕੁਲ ਉਹਨੂੰ ਉਹ ਹੀ ਪਛਾਣ ਸਕਦਾ ਹੈ ਗੁਲਾਬੀ ਸੁੰਡੀ 'ਚ ਇੱਕ ਸਾਡੇ ਕੋਲ ਐਡਵਾਂਟੇਜ ਇਹ ਹੈ ਕਿ ਇਹ ਕੀੜੇ ਵਿੱਚ ਪ੍ਰਜਨਨ ਬਹੁਤ ਜ਼ਰੂਰੀ ਹੈ ਨਰ ਤੇ ਮਾਦਾ ਦਾ ਮਿਲਣ ਬਹੁਤ ਜ਼ਰੂਰੀ ਹੈ ਜਦੋਂ ਨਰ ਤੇ ਮਾਦਾ ਦਾ ਮਿਲਣ ਹੋਊਗਾ ਜਿਹੜੇ ਅੰਡੇ ਆ ਉਹਨੂੰ ਫਰਟਾਈਲ ਹੋਣਗੇ ਉਹਨਾਂ ਚੋਂ ਬੱਚੇ ਨਿਕਲਦੇ ਆ ਇੱਕ ਹੋਰ ਕੀੜਾ ਤੁਸੀਂ ਸੁਣਿਆ ਹੋਣਾ ਚਿੱਟਾ ਮੱਛਰ ਬਹੁਤ ਪ੍ਰੋਬਲਮ 2015 ਚ ਆਈ ਹੈ ਮੀਲੀਬਗ 2007 ਚ ਇਹ ਕੀੜੇ ਜਿਹੜੇ ਇਹਨਾਂ ਨੂੰ ਨਰ ਦੀ ਲੋੜ ਨਹੀਂ ਹੈਗੀ ਇਹ ਨਰ ਤੋਂ ਬਿਨਾਂ ਵੀ ਆਪਣੀ ਜਿਹੜੀ ਪੀੜ੍ਹੀ ਹੈ ਉਹਨੂੰ ਵਧਾ ਸਕਦੇ ਇਸ ਕਰਕੇ ਜੇ ਪ੍ਰਜਨਨ ਜ਼ਰੂਰੀ ਹੈ ਤੇ ਪ੍ਰਜਨਨ ਵਿੱਚ ਅਸੀਂ ਵਿਘਨ ਪਾ ਰਹੇ ਹਾਂ ਮੇਟਿੰਗ ਡਿਸਰਪਸ਼ਨ ਮੀਟਿੰਗ ਨੂੰ ਜਿਹੜੀ ਹੈ ਅਸੀਂ ਡਿਸਰਪਟ ਕਰ ਰਹੇ ਪ੍ਰਜਨਨ 'ਚ ਅਸੀਂ ਵਿਘਨ ਪਾ ਰਹੇ ਹਾਂ ਉਹ ਵਿਘਨ ਕਿੱਦਾਂ ਪਾ ਰਹੇ ਹਾਂ ਜਦੋਂ ਉਹ ਫੀਰਾਮੋਨ ਤੁਸੀਂ ਆਪਣੇ ਖੇਤ 'ਚ ਲਗਾਤਾ ਪੇਸਟ ਲਗਾਤਾ ਤੁਹਾਡਾ ਖੇਤ ਉਹਦੇ ਨਾਲ ਸੈਚੂਰੇਟ ਹੋ ਗਿਆ ਸੰਤ੍ਰਿਪਤ ਹੋ ਗਿਆ ਪੂਰੇ ਪਾਸੇ ਉਹ ਗੰਧ ਹੈ ਤੇ ਜਦੋਂ ਨਰ ਆਂਦਾ ਹੈ ਉਹ ਨਰ ਜਿਹੜਾ ਕਨਫਿਊਜ਼ ਹੋ ਜਾਂਦਾ ਹੈ ਉਹ ਕਨਫਿਊਜ਼ ਹੋ ਕੇ ਮਾਦਾ ਦੀ ਅਸਲ ਮਾਦਾ ਦੀ ਭਾਲ ਨਹੀਂ ਕਿਉਂਕਿ ਅਸਲ ਮਾਦਾ ਦੀ ਜਿਹੜੀ ਗੰਧ ਹੈ ਉਹ ਮਾਸਕ ਹੋ ਜਾਂਦੀ ਹੈ ਉਹ ਦਬ ਜਾਂਦੀ ਹੈ ਐਂਡ ਇਸ ਤਰੀਕੇ ਨਾਲ ਜਿਹੜਾ ਹੈ ਪ੍ਰਜਨਨ ਨਹੀਂ ਹੋਊਗਾ ਉਹ ਕੰਟਰੋਲ ਜਿਹੜਾ ਕੀੜੇ ਦਾ ਕੰਟਰੋਲ ਅਗਲੀ ਜਿਹੜੀ ਪੀੜ੍ਹੀ ਹੈ ਉਹ ਕੰਟਰੋਲ ਹੋ ਜਾਣੀ ਹੈ ਮੇਰੀ ਨੌਲੇਜ ਹੈ ਛੋਟੀ ਨੌਲੇਜ ਹੈਗੀ ਹੈ ਤੁਹਾਨੂੰ ਜ਼ਿਆਦਾ ਹੋਏਗੀ ਜਿਹੜਾ ਉਹ ਹੈਗੀ ਹੈ ਕਿ ਉਹਨੂੰ ਕਹਿੰਦੇ ਆ ਫਲਾਰ ਪਹਿਲੇ ਬਣਦਾ ਫਲਾਰ ਦੇ ਵਿੱਚ ਆਂਦੀ ਹੈ ਸੁੰਡੀ ਬੈਠਦੀ ਹੈ ਤੇ ਉਹ ਫਲਾਰ ਬੰਦ ਹੋ ਜਾਂਦਾ ਮਤਲਬ ਕਿ ਉਹਨੇ ਮਾਦਾ ਨੇ ਉਹ ਫੁੱਲ ਜਿਹੜਾ ਹੈਗਾ ਜਿਹਨੂੰ ਟਿੰਡਾ ਕਹਿੰਦੇ ਸ਼ਾਇਦ ਉਹਦੇ ਵਿੱਚ ਜਾਣਾ ਸੀਗਾ ਜਦ ਕਿ ਉਹਦੇ ਤੋਂ ਕਨਫਿਊਜ਼ ਹੋ ਕੇ ਜਿਹੜਾ ਉਹ ਕਿਸੇ ਪਾਸੇ ਵੀ ਨਹੀਂ ਗਿਆ ਜਾਂ ਉਹ ਥੱਲੇ ਉਹ ਜਿਹੜਾ ਬੇਸਿਕਲੀ ਜਿਹੜੀ ਇਹਦੇ ਵਿੱਚ ਨਾ 3 ਸਟੇਜਾਂ ਹਰ ਇੱਕ ਸੁੰਡੀ ਦੀਆਂ ਨਾ ਜਿਹੜੀਆਂ ਵੀ ਸੁੰਡੀ ਹੈ ਗੁਲਾਬੀ ਸੁੰਡੀ ਹੈ ਚਿਤਕਬਰੀ ਸੁੰਡੀ ਹੈ ਅਮਰੀਕਨ ਸੁੰਡੀ ਇਹਨਾਂ ਵਿੱਚ 3 ਸਟੇਜਾਂ ਨੇ 4 ਸਟੇਜਾਂ ਨੇ ਅੰਡਾ ਹੈ ਅੰਡੇ ਤੋਂ ਸੁੰਡੀ ਹੈ ਸੁੰਡੀ ਤੋਂ ਬਾਅਦ ਜਿਹੜਾ ਕੋਵਾ ਹੈ ਇੱਕ ਟਰਾਂਸਫਰਮੇਸ਼ਨ ਹੁੰਦੀ ਉਸ ਤੋਂ ਬਾਅਦ ਪਤੰਗਾ ਨਿਕਲਦਾ ਹੈ ਜਿਸ ਤਰ੍ਹਾਂ ਬਟਰਫਲਾਈ ਵਿੱਚ ਵੀ ਕੀ ਹੋਊਗਾ ਅੰਡਾ ਹੋਊਗਾ ਅੰਡੇ ਤੋਂ ਬਾਅਦ ਸੁੰਡੀ ਹੋਊਗੀ ਕੈਟਰਪਿਲਰ ਤੋਂ ਬਾਅਦ ਜਿਹੜਾ ਹੈਗਾ ਇੱਕ ਕੋਵਾ ਬਣਦਾ ਹੈ ਕੋਵੇ ਤੋਂ ਬਾਅਦ ਜਿਹੜਾ ਪਿਊਪਾ ਜਿਹਨੂੰ ਕਹਿੰਦੇ ਆ ਐਂਡ ਉਸ ਤੋਂ ਬਾਅਦ ਜਿਹੜੀ ਉਸ ਤੇ ਇਹ ਜਿਹੜੀ ਸੁੰਡੀ ਹੈ ਸੁੰਡੀ ਬਟ ਉਹ ਸੁੰਡੀ ਤੋਂ ਬਾਅਦ ਜਿਹੜਾ ਨਾ ਉਹ ਕੋਵਾ ਬਣਨਾ ਹੈ ਜਦੋਂ ਪਤੰਗਾ ਨਿਕਲਦਾ ਨਾ ਇਹ ਪਤੰਗੇ ਦਾ ਹੈਗਾ ਸੁੰਡੀ ਨੂੰ ਕੁਝ ਨਹੀਂ ਕਹਿੰਦਾ ਇਹ ਜਿਹੜਾ ਫੀਰਾਮੋਨ ਹੈ ਕਿਉਂਕਿ ਪ੍ਰਜਨਨ ਸੁੰਡੀ ਨੇ ਨਹੀਂ ਕਰਨਾ ਪ੍ਰਜਨਨ ਜਿਹੜਾ ਹੈ ਉਹ ਪਤੰਗੇ ਨੇ ਕਰਨਾ ਪਤੰਗੇ ਦਾ ਜਿਹੜਾ ਪ੍ਰਜਨਨ ਦੀ ਪ੍ਰਕਿਰਿਆ ਉਹਨੂੰ ਡਿਸਰਪਟ ਕਰ ਦੇਣਾ ਬਸ ਇਹਦੇ ਵਿੱਚ ਇੱਕੋ ਚੀਜ਼ ਜਿਹੜੀ ਕਿਸਾਨਾਂ ਤੱਕ ਮੈਸੇਜ ਜਿਹੜੀ ਇੰਪੋਰਟੈਂਟ ਮੈਸੇਜ ਇਹ ਹੈ ਇੱਕ ਤੇ ਰਾਈਟ ਟਾਈਮ ਤੇ ਇੱਕ ਵੱਡਾ ਏਰੀਆ ਇਹ ਨਹੀਂ ਕਹਿ ਸਕਦੀ ਕਿ 1 ਕਿੱਲੇ ਤੇ ਲਾਤਾ 2 ਕਿੱਲੇ ਤੇ ਲਾਤਾ ਕਿਉਂਕਿ ਕੀ ਹੈ ਕਿ ਮਾਦਾ ਤੇ ਕੋਈ ਕੰਟਰੋਲ ਨਹੀਂ ਮਾਦਾ ਤੇ ਦੂਜੇ ਪਾਸੇ ਪ੍ਰਜਨਨ ਹੋ ਕੇ ਇੱਥੇ ਆ ਕੇ ਅੰਡੇ ਵੀ ਦੇ ਸਕਦੀ ਹੈ ਇਹਨੇ ਤੇ ਬੇਸਿਕਲੀ ਮੇਲ ਨੂੰ ਕਨਫਿਊਜ਼ ਕਰਨਾ ਜਿੰਨੇ ਵੱਡੇ ਏਰੀਏ ਤੇ ਲੱਗੂਗਾ ਨਾ ਓਨਾ ਹੀ
ਜ਼ਿਆਦਾ ਲਾਹਾ ਮਿਲੂਗਾ। ਘੱਟ ਤੋਂ ਘੱਟ 15 ਤੋਂ 20 ਕਿੱਲੇ ਜਿਹੜਾ ਹੈ ਫਾਰਮਰ ਨੂੰ ਲਾਣਾ ਪੈਣਾ ਹੈ। ਛੋਟੇ ਇਹ ਨਹੀਂ, ਇਹ ਕਮਿਊਨਿਟੀ ਅਪਰੋਚ ਤੇ ਲੱਗਣਾ ਹੈ। ਇਹ ਪੂਰੇ ਮਤਲਬ ਜਿਸ ਤਰ੍ਹਾਂ ਰਲ ਮਿਲ ਕੇ ਜਿਹੜੀ ਹੈ ਉਹ ਇਹਨੂੰ ਜਿਹੜੀ ਹੈ ਟੈਕਨੋਲੋਜੀ ਨੂੰ ਹੈ ਉਹਨੂੰ ਲਗਾਉਣਾ ਹੈ। ਇਸ ਤਰ੍ਹਾਂ ਇਕੱਲੇ ਜਿਹੜਾ ਹੈ ਇਹਦੀ। ਤੇ ਦੂਜੀ ਗੱਲ, ਰਾਈਟ ਟਾਈਮ ਆਫ ਐਪਲੀਕੇਸ਼ਨ। ਮੈਂ ਜਿਹੜਾ ਕਿਹਾ ਬੋਗੀ ਬਣ ਜਾਣੀ, ਜਦੋਂ ਉਹ ਫੁੱਲ ਤੋਂ ਪਹਿਲਾਂ ਇੱਕ ਬੋਗੀ ਹੈ ਜਿਹਨੂੰ ਸਕੈਰ ਕਹਿੰਦੇ ਆਪਾਂ, ਉਹ ਬਣਨੀ। ਕਿਉਂਕਿ ਗੁਲਾਬੀ ਸੁੰਡੀ ਨੇ ਅੰਡੇ ਕਿੱਥੇ ਦੇਣੇ ਆ? ਜਾਂ ਤੇ ਦੇਣੇ ਆ ਉਸ ਸਕੈਰ ਤੇ, ਬੋਗੀ ਤੇ, ਜਾਂ ਫੁੱਲ ਤੇ, ਜਾਂ ਟਿੰਡੇ ਤੇ। ਕਿਉਂਕਿ ਆਪਣੇ ਬੱਚੇ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਖੁਰਾਕ ਦੀ ਭਾਲ ਕਰਨਾ ਚਾਹੁੰਦੀ ਹੈ। ਇਹ ਚਾਹੁੰਦੀ ਹੈ ਕਿ ਮੇਰੇ ਬੱਚੇ ਨੂੰ ਜਲਦੀ ਤੋਂ ਜਲਦੀ ਖੁਰਾਕ ਮਿਲੇ ਤੇ ਇਹ ਉੱਥੇ ਆਪਣਾ ਜਿਹੜਾ ਹੈ ਅੱਗੇ ਦੇ ਜੀਵਨ ਚੱਕਰ ਚਲਾ ਸਕੇ। ਇਹ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਹੈ, ਜਦੋਂ ਗੁਲਾਬੀ ਸੁੰਡੀ ਜਿਹੜੀ ਹੈ ਅੰਡੇ ਤੋਂ ਜਦੋਂ ਨਿਕਲਦੀ ਹੈ 2-3 ਘੰਟੇ ਵਿੱਚ ਇਹ ਅੰਦਰ ਚਲੀ ਜਾਂਦੀ ਹੈ। ਇਸ ਕਰਕੇ ਜਿਹੜੇ ਇਹਦੇ ਕੈਮੀਕਲ ਕੰਟਰੋਲ ਹੈ ਨਾ, ਇਹ ਬੜਾ ਔਖਾ ਹੈ। ਇੱਕ ਵਾਰੀ ਲੇਟ ਸਟੇਜਸ ਤੇ ਬਹੁਤ ਔਖਾ ਹੈ, ਕਿਉਂਕਿ ਪਹਿਲਾਂ ਪੋਪੂਲੇਸ਼ਨ ਇਹਦੀ ਘੱਟ ਹੁੰਦੀ ਹੈ। ਇਹ ਲਗਭਗ ਜੇ ਅਸੀਂ ਕੰਟਰੋਲ ਨਹੀਂ ਕਰਾਂਗੇ, ਇੱਕ ਮਾਦਾ ਤੋਂ ਲਗਭਗ 8 ਲੱਖ ਮਾਦਾ ਬਣ ਸਕਦੀ ਹੈ। ਇੰਨਾ ਹੈਗਾ ਇਹਦੇ ਵਿੱਚ ਕੈਪੈਸਿਟੀ ਜਿਹੜੀ ਇਹਦੀ, ਕਿਉਂਕਿ ਇਹ ਫੀਡਿੰਗ ਜਿਹੜੀ ਹੈ ਇਹ 8 ਲੱਖ ਇੱਕ ਫੁੱਲ ਦੇ ਅੰਦਰ ਹੀ ਖਾਊਗੀ। ਇਹ ਧੁੱਪ ਪਸੰਦ ਨਹੀਂ ਕਰਦੀ, ਲਾਈਟ ਪਸੰਦ ਨਹੀਂ ਕਰਦੀ, ਫੋਟੋਟੈਕਟਿਕ ਹੈ। ਉਹ ਫੁੱਲ ਬੰਦ ਕਰ ਦਿੰਦੀ ਹੈ, ਟਿੰਡੇ ਦੇ ਅੰਦਰ ਹੀ ਬੈਠੀ ਰਹਿੰਦੀ ਹੈ। ਇਹ ਹਨੇਰੇ 'ਚ ਪਸੰਦ ਕਰਦੀ ਹੈ। ਇਸ ਕਰਕੇ ਇਹਨੂੰ ਮਾਰ ਕਰਨੀ, ਇਹਨੂੰ ਨੈਚੁਰਲ ਤੇ ਕੁਦਰਤੀ ਮਾਰ ਵੀ ਹੁੰਦੀ ਹੈ ਨਾ, ਉਹ ਮਾਰ ਨਹੀਂ ਹੋ ਸਕਦੀ, ਔਖਾ ਹੈ। ਇਨਸੈਕਟੀਸਾਈਡਸ ਨਾਲ ਵੀ ਇਸ ਕਰਕੇ ਔਖਾ ਹੈ। ਇਸ ਕਰਕੇ ਅਸੀਂ ਫਾਰਮਰ ਨੂੰ ਕਹਿੰਦੇ ਚਾਹੇ ਇਨਸੈਕਟੀਸਾਈਡ ਵੀ ਸਪਰੇਅ ਕਰਨਾ ਹੈ ਰਾਈਟ ਟਾਈਮ ਤੇ ਕਰੋ। ਹੁਣ ਜਿਹੜਾ ਟਾਈਮ ਹੈਗਾ ਆਪਣੇ ਖੇਤ ਦਾ ਸਰਵੇਖਣ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੋਈ ਅਟੈਕ ਹੈਗਾ ਹੈ, ਤੁਸੀਂ ਇੱਕਦਮ ਸਪਰੇਅ ਕਰ ਦਿਓ। ਸਪਰੇਅ ਨਾਲ ਅਸੀਂ ਕੀ ਕਰਨਾ ਹੈ, ਅਸੀਂ ਜੱਟ ਕੀ ਭਾਸ਼ਾ ਵਿੱਚ ਅਸੀਂ ਉਹਨੂੰ ਬॉल ਨੂੰ, ਟਿੰਡੇ ਨੂੰ ਜਿਹੜਾ ਕੌੜਾ ਕਰ ਦੇਣਾ ਹੈ। ਕੌੜਾ ਕਰਕੇ ਜਦੋਂ ਵੀ ਸੁੰਡੀ ਨਿਕਲਦੀ ਹੈ, ਉਹਦਾ ਬੱਚਾ ਨਿਕਲਦਾ, ਉਹ ਇਹਨੂੰ ਮਾਰ ਕਰ ਦੂਗਾ। ਇਹ ਟੈਕਨੋਲੋਜੀ ਨੋ ਡਾਊਟ ਜਿਹੜੀ ਹੈਗੀ ਹੈ ਬਹੁਤ ਐਡਵਾਂਸ ਟੈਕਨੋਲੋਜੀ ਹੈ। ਯੂਰਪ ਵਿੱਚ ਇਹ ਜਿਹੜੀ ਕੌਡਲਿੰਗ ਮੌਥ ਹੈ, ਐਪਲ ਦੀ ਇੱਕ ਜਿਹੜੀ ਕਾਫੀ ਇੰਪੋਰਟੈਂਟ ਪੈਸਟ ਹੈ, ਉਹਦੇ ਵਾਸਤੇ ਕਾਫੀ ਪਹਿਲਾਂ ਤੋਂ ਯੂਜ਼ ਹੋ ਰਹੀ ਹੈ। ਤੇ ਬਿਲਕੁਲ ਇਹ ਟੈਕਨੋਲੋਜੀ ਹੈ। ਕੀੜਾ ਡਿਫਰੈਂਟ ਹੈ, ਬਟ ਇਹ ਮੇਟਿੰਗ ਡਿਸਰਪਸ਼ਨ ਹੈ ਬੇਸਿਕਲੀ। ਹੋਰ ਕੀੜਿਆਂ ਵਿੱਚ ਵੀ ਇਹ ਆ ਰਹੀ ਹੈ ਟੈਕਨੋਲੋਜੀ ਜਿਹੜੀ ਹੈ ਉਹ ਯੂਜ਼ ਹੋ ਰਹੀ ਹੈ। ਤੇ ਅਸੀਂ ਇਹਨੂੰ ਟੈਸਟ ਕਰ ਚੁੱਕੇ ਹਾਂ। ਅਸੀਂ ਹੁਣ ਇਹਨੂੰ ਫਾਰਮਰ ਫੀਡ ਤੇ ਲੈ, ਫਾਰਮਰ ਨੇ ਮੋਹਰ ਲਾਤੀ। ਜੇ ਫਾਰਮਰ ਨੂੰ ਪਸੰਦ ਲੱਗੂਗਾ, ਟੈਕਨੋਲੋਜੀ 'ਚ ਦਮ ਹੈਗਾ, ਇਟ ਵਿਲ ਗੋ ਅਹੈਡ। ਸਰ ਬੀਟੀ ਕਾਟਨ ਜਿਹੜਾ ਸੀਗਾ ਉਹੀ ਆਪਣਾ ਜ਼ਿਆਦਾ ਇੱਥੇ ਮਤਲਬ ਯੂਜ਼ ਕੀਤਾ ਜਾਂਦਾ ਹੈ, ਪਰ 3 ਕੁ ਸਾਲ ਤੋਂ ਇਹ ਜਿਹੜੀ ਆਈ ਹੈਗੀ ਹੈ ਉਧਰੋਂ। ਮੇਰੇ ਨਾਲ ਸ਼੍ਰੀਨਿਵਾਸ ਜੀ ਸੀਗੇ ਪ੍ਰੋਫੈਸਰ, ਉਹ ਕਹਿ ਰਹੇ ਸੀਗੇ ਕਿ ਜਿਹੜਾ ਬੀਜ ਲੈ ਕੇ ਆਇਆ ਹੈ ਕਿਸਾਨ ਪੰਜਾਬ ਦਾ ਸਾਊਥ ਤੋਂ, ਉਹਦੇ ਵਿੱਚ ਬੀਜ ਦੇ ਨਾਲ ਵੀ ਆਇਆ। ਉਸ ਦੇ ਨਾਲ ਹੀ ਪਿਛਲੇ ਜਿਹੜੇ ਆਪਾਂ ਪੈਸਟੀਸਾਈਡਸ ਵਗੈਰਾ ਯੂਜ਼ ਕਰਦੇ ਹਾਂ, ਤੁਸੀਂ ਐਗਰੀਕਲਚਰ ਯੂਨੀਵਰਸਿਟੀ ਤੋਂ, ਬਹੁਤ ਜ਼ਿਆਦਾ ਜਿਹੜੀ ਬਿਮਾਰੀਆਂ ਨੇ ਉਹਦੇ ਨਾਲ ਆਈਆਂ, ਕੈਂਸਰ ਹੋ ਗਿਆ, ਟਿਊਮਰਸ ਹੋ ਗਏ। ਕੀ ਇਹ ਫਰਕ ਪਾਏਗਾ ਉਸ 'ਚ ਬਿਮਾਰੀ ਨੂੰ ਕੰਟਰੋਲ ਵੀ ਕਰਨ 'ਚ? ਡੈਫੀਨਿਟਲੀ। ਦੇਖੋ, ਇਹ ਹੁਣ ਇਕੋ ਫਰੈਂਡਲੀ ਟੈਕਨੋਲੋਜੀਜ਼ ਨੇ। ਇਹ ਇਹਦੇ ਆਪਣੇ ਪਰ ਜਿਹੜਾ ਵਾਤਾਵਰਣ ਦੇ ਅਨੁਕੂਲ ਟੈਕਨੋਲੋਜੀਜ਼ ਨੇ। ਇਹਦੇ ਵਿੱਚ ਕੋਈ ਵੀ ਮਿੱਤਰ ਕੀੜੇ ਤੇ, ਕੋਈ ਵੀ ਨੌਨ ਟਾਰਗੇਟ ਤੇ, ਮੇਰੇ ਤੇ, ਤੁਹਾਡੇ ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈਗਾ। ਇਹ ਟੈਕਨੋਲੋਜੀ ਖਾਲੀ ਤੇ ਖਾਲੀ ਜਿਹੜਾ ਫਰਕ ਪਾਉਂਦੀ ਹੈ ਉਹ ਪਾ ਰਹੀ ਹੈ ਗੁਲਾਬੀ ਸੁੰਡੀ ਨੂੰ। ਬਾਕੀ ਕਿਸੇ ਵੀ ਕੀੜੇ ਤੇ, ਕਿਸੇ ਵੀ ਵਾਤਾਵਰਣ ਤੇ ਕੋਈ ਪੈਸਟੀਸਾਈਡ ਰੈਜ਼ੀਡਿਊ ਨਹੀਂ ਹੈ, ਰਹਿੰਦ ਖੂੰਦ ਨਹੀਂ ਹੈ ਪੈਸਟੀਸਾਈਡ। ਮਤਲਬ ਪੈਸਟੀਸਾਈਡ ਟੂਵਰਡਸ ਪੈਸਟੀਸਾਈਡ ਫ੍ਰੀ ਗ੍ਰੀਨਰ ਜਿਹੜੇ ਹੈਗੇ ਆ, ਜਿਹੜੇ ਗ੍ਰੀਨਰ ਮਤਲਬ ਜਿਹੜੀਆਂ ਕੈਮਿਸਟਰੀਜ਼ ਨੇ, ਜਾਂ ਕੈਮਿਸਟਰੀਜ਼ ਵੀ ਨਹੀਂ ਕਵਾਂਗੇ, ਗ੍ਰੀਨਰ ਟੈਕਨੋਲੋਜੀਜ਼ ਨੇ ਇਹ ਬਿਲਕੁਲ, ਜਿਹੜੀਆਂ ਕਿ ਐਨਵਾਇਰਨਮੈਂਟਲ ਫਰੈਂਡਲੀ ਨੇ, ਐਨਵਾਇਰਨਮੈਂਟਲ ਸੇਫ ਨੇ, ਤੇ ਉਹ ਉਸ ਤਰੀਕੇ ਨਾਲ ਕੰਟਰੋਲ ਕਰ ਸਕਦੀਆਂ ਨੇ ਜੀ। ਬਹੁਤ ਬਹੁਤ ਧੰਨਵਾਦ ਸਤਨਾਮ ਸਰ। ਸਾਡੇ ਕੋਲ ਇੱਥੇ ਬਹੁਤ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਆਈਆਂ ਹੋਈਆਂ ਨੇ, ਪਰਸਨੈਲਿਟੀਜ਼ ਆਈਆਂ ਹੋਈਆਂ ਨੇ, ਜਿਹੜੇ ਵੱਖ-ਵੱਖ ਅਦਾਰਿਆਂ ਤੋਂ ਆਏ ਨੇ, ਵੱਖ-ਵੱਖ ਪਰਸਨੈਲਿਟੀਜ਼ ਨੇ, ਉਹਨਾਂ ਦੇ ਆਪਣੇ ਐਕਸਪਰਟਸ ਨੇ, ਉਹ ਆਪਣੇ ਖੇਤਰ ਦੇ। ਸਾਡੇ ਕੋਲ ਇੱਥੇ YG ਪ੍ਰਸਾਦ ਨੇ, ਡਾਇਰੈਕਟਰ ਨੇ CICR ਦੇ, ਤੇ ਡਾਕਟਰ R ਭਗਤ ਵਸਲਮ ਨੇ, ਰਿਟਾਇਰਡ ਨੈਸ਼ਨਲ ਬਿਊਰੋ ਆਫ ਐਗਰੀਕਲਚਰ ਇਨਸੈਕਟ ਰਿਸੋਰਸਿਸ ਤੋਂ। ਬਹੁਤ ਹੀ ਅਹਿਮ ਹੈ ਇਹਨਾਂ ਨਾਲ ਗੱਲ ਕਰਨਾ ਹੋ ਜਾਂਦਾ ਹੈ, ਕਿਉਂਕਿ ਕਾਟਨ ਦੀ ਗੱਲ ਕਰੀਏ ਤਾਂ ਕਾਟਨ ਤੇ ਆਪਣੇ ਰਿਸਰਚਸ ਕਰ ਰਹੇ ਨੇ, ਇਹਨਾਂ ਦੀ ਬਹੁਤ ਸਟੱਡੀਜ਼ ਨੇ। ਪਹਿਲੇ ਅਸੀਂ ਗੱਲ ਕਰਾਂਗੇ ਡਾਕਟਰ YG ਪ੍ਰਸਾਦ ਨਾਲ। सर वेलकम। या गुड मॉर्निंग। सर ये जो आप यहाँ पे आए हैं, आपकी रिसर्च क्या बोलती है इसको लेकर? बेसिकली अगर हम इस वॉर्म की बात करें, पिंक बोलवर्म गुलाबी सुंडी बोलते हैं, वो पिछला सीज़न में हमको पंजाब हरियाणा में बहुत कपास का, नरमा कपास का नुकसान देखने को मिला। 3-4 साल से हम इसको मॉनिटर कर रहा है। हमारा रीजनल स्टेशन सिरसा में है, सेंट्रल इंस्टीट्यूट ऑफ कॉटन रिसर्च का। वहाँ साइंटिस्ट और PAU का साइंटिस्टों ने डिपार्टमेंट ऑफ एग्रीकल्चर के साथ जो फील्ड सर्वेस किया है, पिंक बोलवर्म का दिन ब दिन बढ़ता जा रहा था और पिछला सीज़न में आउटब्रेक को मिला और काफ़ी नुकसान किया था फसल के अंतिम चरण में। और इसको लेके हमने ये सीज़न का पहले ही बहुत सारा अवेयरनेस प्रोग्राम्स किए थे डिपार्टमेंट ऑफ एग्रीकल्चर के साथ। जो सीज़न से पहले जो क्रॉप रेसिड्यू है उसको मैनेज करना ज़रूरी है
और जो स्टॉक्स रहते हैं विलेज या फील्ड बॉर्डर्स में, सीड जो कैटल के लिए फीड के लिए रखते हैं उसको भी हम थोड़ा सा नियंत्रण में रखना ज़रूरी है। और ये जैसे ही सीज़न स्टार्ट होता है, जो कपास या बीज सेंट्रल और सदर्न स्टेट से लेकर आता है, जिनिंग एंड ऑयल एक्सट्रैक्शन मिल्स, वो उसमें से इन्फेस्टेड सीड के लेकर उसमें से ये पिंक बोलवर्म गुलाबी सुंडी का जो मादा है और नर है वो निकलता है। वो जैसा ही सोइंग होगा मई जून मास में ये फ्लावरिंग शुरू होता है, उसमें दिखने को मिलता है। ये फेरोमोन ट्रैप की माध्यम से हम मॉनिटर कर रहे थे पहले 2-3 साल से, और ये रिकमेंडेशन है मॉनिटरिंग के हिसाब से जो भी इंसेक्टिसाइड दवाई पिचकारी करना है उसका ये फेरोमोन ट्रैप के आधार पर जो करते थे। अभी ये फेरोमोन ट्रैप का जो प्रति एकड़ यूज़ करते थे, अभी ऐसा टेक्नोलॉजी बाकी देशों में टेस्ट हुआ और इस हमारा देश में भी यूनिवर्सिटीज़ ऑफ एग्रीकल्चर साइंसेज धारवाड़, पंजाब एग्रीकल्चर यूनिवर्सिटी ने 2-3 साल टेस्ट किया है। वो बोल रहा है, रिकमेंड कर रहा है कि ये मेटिंग डिसरप्शन टेक्नोलॉजी, नर मादा का नई मिलन की कि उसका पॉपुलेशन जो है कम होने का ये टेस्टिंग किया है, रिकमेंड कर रहा है उसको। इस सीज़न में पिछला सीज़न को आप पिंक बोलवर्म का प्रकोप देख के इस सीज़न में बहुत सारे डिस्ट्रिक्ट्स में जहाँ ये कॉटन नरमा कपास उगा रहा है वो वहाँ हरियाणा में, पंजाब में अभी ये टेस्टिंग होगा, इवैल्यूएट होगा। और सीज़न लॉन्ग इफेक्ट जो स्क्वायरिंग स्टेज से 30-35 दिन से जो सोइंग के बाद अंत तक कैसे 3 एप्लीकेशंस या 4 एप्लीकेशंस करेंगे, उसका असर क्या होगा, पॉपुलेशन कम होने का उम्मीद है वो कितना हो रहा है, कितना डेंसिटी होगा, उसके हिसाब से ये कैसे काम करेगा। फार्मर्स को जो हम यूनिवर्सिटी रिकमेंड करते हैं वो कैसे, और कंपनी रिकमेंड करती है वो कैसे इसका असर होगा, ये देखने को मिलेगा इस सीज़न में। और जैसे ही टेस्ट जो बोल रहा है उसको इफेक्टिवनेस है, बट सीज़न के हिसाब से डिपेंड होगा कैसे मॉनिटर करेंगे। एक इंटीग्रेटेड पैकेज जो हमने रिकमेंड करते हैं, CICR, ICR, एक इंटीग्रेटेड पेस्ट मैनेजमेंट, एकात्मिक प्रणाली वो रिकमेंड करते हैं। उसके बाद में ये मेटिंग डिसरप्शन टेक्नोलॉजी एक कंपोनेंट रहेगा, और ये करेंगे तो जो भी सकिंग पेस्ट जून में आता है और पिंक बोलवर्म बाद में आता है, वो दोनों को नियंत्रण में रख के, जिसका पंजाब जाना जाता है इंडिया में बहुत सबसे अत्यधिक उत्पादकता है, वो कायम रखने के लिए ये टेक्नोलॉजी ग्रीन इको फ्रेंडली टेक्नोलॉजी और इंटीग्रेटेड पैकेज के साथ हम इस्तेमाल करेंगे। इस सीज़न में देखेंगे हम कितना ये पिंक गुलाबी बॉन्ड्स सुंडी कितना कम होगा देखने को मिलेगा। सर, आपने बात की इंटीग्रेटेड पैकेज की और साथ में आपने रिकमेंड कर रहे हैं आप इसको, मीन्स आपका कहीं ना कहीं पे शंका या डाउट्स हैं कि शायद अकेली अगर इस पेस्ट को इस्तेमाल किया जाता है तो शायद वो लॉसेस जो थे, जो गुलाबी सुंडी की मार थी, उसको शायद नहीं झेला जा सकेगा। और इंटीग्रेटेड पैकेज जो आप बात कर रहे हैं उसमें आप इंसेक्टिसाइड्स या फिर पेस्टिसाइड्स की बात कर रहे हैं? इंटीग्रेटेड पैकेज का मतलब सीज़न से पहले ही शुरू होता है। जो डेंसिटी कम करना है वो कम करना है, किसी टेक्नोलॉजी को उसको सक्सेस पाने के लिए जो माहौल हम क्रिएट करना है वो क्रिएट करना है। इंटीग्रेटेड पैकेज वही करता है। जब भी डेंसिटी बढ़ जाता है, एक खासा पहले सीज़न में, पिछला सीज़न में बहुत रहा, वहाँ ज़्यादा मादा या नर उड़ने का बहुत रहता है, वो उस इलाके में जब ETL क्रॉस होगा तभी इंसेक्टिसाइड यूज़ करना पड़ेगा, नहीं तो ETL के अंदर रहता है तो इंसेक्टिसाइड यूज़ करने की ज़रूरत नहीं है। बट बाकी इंटीग्रेटेड पैकेज में जो सफ़ेद मक्खी होता है, वाइट फ्लाई बोलते हैं, और थ्रिप्स होता है, उसका जो ETL क्रॉस होने के बाद पहला 60 डेज के अंदर जो भी इंसेक्टिसाइड यूज़ करना है उसका असर भी पिंक बोलवर्म पे रहता है थोड़ा बहुत, और उसकी हिसाब से मैं इंटीग्रेटेड पैकेज बोल रहा था। थैंक यू सर। ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ N ਭਗਤ ਵਤਸਲਮ ਨਾਲ, ਰਿਟਾਇਰਡ ਨੈਸ਼ਨਲ ਬਿਊਰੋ ਆਫ ਐਗਰੀਕਲਚਰ ਇਨਸੈਕਟਸ ਰਿਸੋਰਸਿਸ ਚ ਹੈਗੇ ਸੀਗੇ ਤੇ ਰਿਟਾਇਰਡ ਨੇ ਉੱਥੋਂ। ਇਹਨਾਂ ਨਾਲ ਗੱਲਬਾਤ ਕਰਾਂਗੇ, ਦੇਖਦੇ ਹਾਂ ਵੀ ਇਹਨਾਂ ਦਾ ਕਿਸ ਤਰ੍ਹਾਂ, ਕਿਉਂਕਿ ਇਨਸੈਕਟਸ ਦੀ ਇੱਥੇ ਗੱਲ ਆ ਰਹੀ ਹੈ, ਐਗਰੀਕਲਚਰ ਇਨਸੈਕਟਸ ਦੀ ਗੱਲ ਆ ਰਹੀ ਹੈ ਤੇ ਗੁਲਾਬੀ ਸੁੰਡੀ ਦੀ ਗੱਲ ਦੇ ਬਾਰੇ ਗੱਲਬਾਤ ਕਰਦੇ ਹਾਂ। ਸਰ, आपका स्वागत है। स्वागत है मैडम, नमस्कार। सर, ये इंसेक्ट्स पर जो आपका मेन एक्सपर्टीज़ है, तो किस प्रकार से आप मीन्स इसको क्या देखते हैं इस प्रोडक्ट को लेकर, या आपका इसमें एक्सपेरिमेंट्स या तजर्बा क्या बोलता है? मैडम, ये फेरोमोन रिसर्च जो भी बोलते हैं ना, ये वो 75 ईयर्स का रिसर्च है। 1950 से चल रहा है
जैसा हम लोग बात करते हैं, इंसेक्ट्स ऐसा बात नहीं करते हैं। वो कुछ रसायन रिलीज़ करते हैं, इसको पकड़ के वो माता रसायन रिलीज़ करती है, उसको पकड़ के नर पतंग आ जाता है। इसको हम लोग फेरोमोन बोलते हैं। इसको हम लोग लैबोरेटरी में लेके आए कि क्या है केमिकल, क्या है क्या काम, बहुत काम चल रहा है उसके लिए। उस करने के बाद क्या करते थे, पहले वो 70s में पकड़ लिया क्या है इसका केमिस्ट्री, तो इसलिए हम लोग मॉनिटरिंग के लिए यूज़ कर रहे थे। अभी हम लोग मेटिंग डिस्ट्रप्शन कर रहे हैं। इसका मतलब ये है मॉनिटरिंग के लिए हम लोग 3 मिलीग्राम यूज़ करते हैं। इस मेटिंग डिस्ट्रप्शन में हर ड्रॉप में आपको 300 मिलीग्राम से बड़ा ज़्यादा है। तो इसीलिए क्या हो जाता है, जहाँ भी हम लोग पहले लगाते हैं इसको, वो नर पतंग का कन्फ्यूजन हो जाता है। उसको स्मेल आएगा लेकिन माता पतंग नहीं मिलेगा। तो इसलिए क्या करती है, वो मेटिंग नहीं कर सकता है। उसके बाद क्या हो जाता है, वो फर्टाइल एग्स बोलते हैं ना, वो नहीं मिलेगा। तो इसलिए ये एक्चुअली ये फैमिली प्लानिंग है, इंसेक्ट का फैमिली प्लानिंग है। सो इसी का हम लोग पहले अमेरिका में 2-3 प्लेस में इसका बहुत ही अच्छा से काम कर रहा था। अभी हम लोग जो लेके आए हैं वो नया तरीका से वो अब्जॉर्बेंट बोलते हैं, जैसा वो फेरोमोन को किस में लगा के रखेंगे। तो इसके लिए हम लोग नया तरीका से मटेरियल लेके आए हैं। इससे हम लोग 4-5 साल हम लोग भी किया है, बहुत अच्छा रिजल्ट आया है। इसको हम लोग फार्मर्स को लेके जाने के लिए हम लोग जा रहे हैं। हम लोग का मतलब ऐसा है, वो पेस्टिसाइड का यूज़ कम ही करना है, जितना भी कम कर सकते हैं उतना कम करेगा, इसलिए हम लोग इसका लेके आए हैं। बिल्कुल सर, जो मैं सुन रही थी कि ये ग्रीन प्रोडक्ट है, ऑर्गेनिक प्रोडक्ट है, ATGC जो एक प्रोडक्ट लेके आ रहा है, तो इसमें बेसिकली आपका रिसर्च, क्योंकि इंसेक्ट्स पे काफ़ी ज़्यादा आप लोगों ने काम किया है, आप रिटायर्ड उस डिपार्टमेंट से हुए हैं, तो क्या ये और दूसरे जो है क्रॉप्स के कीड़े जो हैं या और पतंगे हैं, आपको लगता है कि आने वाले वक्त में उस पर भी शायद ये कहीं ना कहीं एक्सपेरिमेंट किया जा सकता है? ये ऑलरेडी चल रहा है। हम लोग उसके लिए सेपरेट हम लोग का NBAR बोलते हैं, वो बेंगलुरु में है। तो इसमें जो भी बाहर से जो भी इंसेक्ट आता है उसको एलियन इंसेक्ट बोलते हैं। इसलिए इसके लिए हम लोग बहुत ही रिसर्च कर रहे हैं। उसका नॉन पेस्टिसाइड अप्रोच को बोलते हैं, जैसा इंसेक्टिसाइड का बिना आप कैसा कंट्रोल कर सकते हैं, इसलिए हम लोग बोलते हैं बायोलॉजिकल कंट्रोल बोलते हैं। वो क्या होता है, जहाँ से वो आया है वहाँ एक बेनिफिशियल इंसेक्ट बोलते हैं, प्रेडेटर पैरासाइट बोलते हैं, वो उसको छोड़ के आगे आ जाता है, इसलिए उसको फैलना बहुत आसानी से फैल जाता है। हम लोग क्या करते हैं, जहाँ से वो आया वहाँ जाके वो देश में जाके जो भी उसका वो प्रेडेटर और पैरासाइट है उसको लेके आ जाते हैं, यहाँ मल्टीप्लाई करते हैं। उसको बहुत रिसर्च है, उसके बाद रिलीज़ करते हैं। जैसा हम लोग अभी साउथ में एक इंसेक्ट आया है रिसेंटली, इसका उसके लिए हम लोग एक पैरासाइट लेके आए हैं। वो बहुत मेहनत से वो अफ्रीका से लेके आए हैं, अभी हम लोग इसको रिलीज़ कर दिया है। वो टेपियाको में कसावा बोलता है ना, उसके लिए एक मिलीबग आता है, उसके लिए वही पैरासाइट उसका काम करेगा, वो दूसरा पैरासाइट काम नहीं करता है। इसलिए उसको अफ्रीका से लेके आके उसको हम लोग मल्टीप्लाई करके लास्ट 2-3 महीना पहले हम लोग रिलीज़ कर दिया है। अभी हम लोग देखना है कैसा वो एस्टैब्लिश करता है, वो देखना है। तो ऐसा वाला काम बहुत चल रहा है, लेकिन आपका वहाँ विजिट करने से मालूम बढ़ जाता है। क्या तो आपका वेबसाइट में जाइए, अब बहुत मालूम। धन्यवाद सर। ਇਹ ਸਾਡੇ ਨਾਲ ਸੀਗੇ ਡਾਕਟਰ N ਭਗਤ ਵਸਲਮ, ਜਿਹੜੇ ਕਿ ਰਿਟਾਇਰਡ ਨੇ ਨੈਸ਼ਨਲ ਬਿਊਰੋ ਆਫ ਐਗਰੀਕਲਚਰ ਇਨਸੈਕਟ ਰਿਸੋਰਸਿਸ ਡਿਪਾਰਟਮੈਂਟ ਤੋਂ। ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਨਸੈਕਟਸ ਨੇ ਮਾਰ ਕਰਦੇ ਨੇ, ਕਿਹੜੀ ਸਟੇਜ ਤੇ ਮਾਰ ਕਰਦੇ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਲਾਰਵਾ ਕਦੋਂ ਬਣਦਾ ਹੈਗਾ, ਜਾਂ ਉਹਨਾਂ ਦੀ ਮੇਟਿੰਗ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਵੀ ਇਸੇ ਗੱਲ ਨੂੰ ਰਿਟੇਨ ਕੀਤਾ ਹੈ ਕਿ ਜਿਹੜੀ ਗੁਲਾਬੀ ਸੁੰਡੀ ਦੇ ਵਿੱਚ ਮੇਟਿੰਗ ਹੋਣੀ ਉਹਨੂੰ ਡਿਸਟਰਪਟ ਕਰਨ ਦੇ ਵਿੱਚ ਇਹ ਕਾਫੀ ਉਹ ਹੋਏਗਾ। ਪਰ ਹੋਰ ਇਨਸੈਕਟਸ ਤੇ ਵੀ ਸਾਡੀ ਜਿਹੜੀ ਹੈ ਕਾਫੀ ਸਾਰੀ ਪੈਰਾਸਾਈਟਸ ਤੇ ਇਨਸੈਕਟਸ ਤੇ ਚੱਲ ਰਹੀ ਹੈ, ਆਲਰੇਡੀ ਤਜਰਬੇ ਚੱਲ ਰਹੇ ਨੇ, ਐਕਸਪੈਰੀਮੈਂਟਸ ਚੱਲ ਰਹੇ ਨੇ, ਰਿਸਰਚਸ ਔਨ ਨੇ। ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈਗੀ ਹੈ ਕਿ ਇੱਦਾਂ ਦਾ ਕੋਈ ਗ੍ਰੀਨ ਪ੍ਰੋਡਕਟ ਜਾਂ ਆਇਆ ਹੈਗਾ ਜਿਹੜਾ ਕਿ ਕੀੜਿਆਂ ਦੀ ਮਾਰ ਨੂੰ ਫਸਲ ਤੇ ਕੰਟਰੋਲ ਕਰੇਗਾ, ਜਦ ਕਿ ਜਿਹੜੇ ਪੈਸਟੀਸਾਈਡਸ ਤੇ ਇਨਸੈਕਟੀਸਾਈਡਸ ਨੇ ਉਹ ਡੈਫੀਨੇਟਲੀ ਇਨਸਾਨਾਂ ਦੀ ਜਿਹੜੀ ਹੈਗੀ ਹੈ ਸਿਹਤ ਉਸ ਤੇ ਵੀ ਕਾਫੀ ਬੁਰੇ ਪ੍ਰਭਾਵ ਪਾਉਂਦੇ ਨੇ। ਕੈਮਰਾ ਪਰਸਨ ਜੌਨਸਨ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ।
ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।